ਪੂਰੇ ਭਾਰਤ ਵਰਸ਼ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਅਸੀਂ ਅੱਜ ਪਹੁੰਚੇ ਹਾਂਗੇ ਕਰਨਲ ਬਰਿੰਦਰ ਰਿਟਾਇਰਡ, ਜਿਨ੍ਹਾਂ ਨੇ ਕਿ ਉਸ ਟਾਈਮ ਕਾਰਗਿਲ ਦੇ ਦ੍ਰਿਸ਼ ਅੱਖੀ ਦੇਖੇ ਸੀ ਤੇ ਖੁਦ ਕਮਾਨ ਕੀਤੀ ਸੀਗੀ। ਅੱਜ ਅਸੀਂ ਉਹਨਾਂ ਨਾਲ ਘਰੇ ਪਹੁੰਚੇ ਤੇ ਗੱਲ ਕਰਦੇ ਹਾਂ। ਹਾਂਜੀ ਕਰਨਲ ਸਾਹਿਬ, ਜਦੋਂ ਕਾਰਗਿਲ ਦੀ ਯੁੱਧ ਹੋਈ ਸੀ ਤਾਂ ਤੁਸੀਂ ਵੀ ਉੱਥੇ ਮੌਜੂਦ ਸੀਗੇ, ਤਾਂ ਉਸ ਬਾਰੇ ਕੀ ਕਹਿਣਾ ਗਾ, ਕਿਸ ਤਰ੍ਹਾਂ ਦਾ ਸੀ? ਸਾਰਿਆਂ ਤੋਂ ਪਹਿਲੇ ਸਾਰੇ ਸਰੋਤਿਆਂ ਨੂੰ ਜੈ ਹਿੰਦ। ਮੈਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰਾ ਐਕਸਪੀਰੀਅੰਸ ਜੋ ਕਾਰਗਿਲ ਬਟਾਲਿਕ ਸੈਕਟਰ ਵਿੱਚ ਲੜਾਈ ਦੇ ਦੌਰਾਨ ਹੋਇਆ ਹੈ। 2/3 ਮਈ ਦੀ ਰਾਤ ਨੂੰ ਮੈਸੇਜ ਆਉਂਦਾ ਹੈ ਕਿ ਬਟਾਲਿਕ ਐਕਸਿਸ ਤੇ ਜਾ ਕੇ ਗਨਸ ਡਿਪਲੋਏ ਕਰਨੀਆਂ। ਰਾਤੋਂ ਰਾਤ ਮੂਵ ਕੀਤਾ, ਗਨ ਏਰੀਆ ਆਇਡੈਂਟੀਫਾਈ ਕੀਤਾ। ਅਰਲੀ ਮਾਰਨਿੰਗ ਬੁਲਡੋਜ਼ਰ ਨਾਲ ਇੱਕ ਛੋਟੀ ਜਿਹੀ ਹਿੱਲ ਨੂੰ ਬੁਲਡੋਜ਼ ਕਰਕੇ 50 ਫੀਟ ਬਾਈ 50 ਫੀਟ ਦਾ ਏਰੀਆ ਤਿਆਰ ਕਰਕੇ 6 ਗਨਾਂ ਡਿਪਲੋਏ ਕੀਤੀਆਂ ਗਈਆਂ, ਜੋ ਕਿ ਅਨਕਨਵੈਨਸ਼ਨਲ ਹੈਗਾ। ਰੂਟੀਨ ਵਿੱਚ ਸਾਨੂੰ 150 ਮੀਟਰ ਬਾਈ 150 ਮੀਟਰ ਦਾ ਏਰੀਆ ਚਾਹੀਦਾ ਹੁੰਦਾ ਹੈਗਾ, ਲੇਕਿਨ ਉੱਥੇ ਇੰਡਸ ਰਿਵਰ ਦੇ ਨਾਲ ਇੱਕ ਤਰਫ ਇੰਡਸ ਰਿਵਰ, ਦੂਜੀ ਤਰਫ ਪਹਾੜੀ, ਕੋਈ ਏਰੀਆ ਨਾ ਮਿਲਣ ਕਾਰਨ 50 ਫੀਟ ਬਾਈ 50 ਫੀਟ ਵਿੱਚ 6 ਗੰਨਾਂ ਡਿਪਲੋਏ ਕੀਤੀਆਂ ਗਈਆਂ ਤੇ ਫਾਇਰਿੰਗ ਸ਼ੁਰੂ ਕੀਤੀ ਗਈ, ਪਾਰਟਿਕੂਲਰਲੀ ਜੋਬਾਰ ਹਾਈਟ ਏਰੀਆ ਐਵਿਕਟ ਕਰਾਉਣ ਵਾਸਤੇ। ਕਰਾਉਣ ਦੇ ਡਿਪਲੋਇਮੈਂਟ ਦੇ ਬਾਅਦ ਜਦੋਂ ਮੈਂ ਟੈਕਟੀਕਲ ਹੈੱਡਕੁਆਟਰ ਮੂਵ ਕੀਤਾ, ਅੰਡਰਗਰਾਊਂਡ ਸਾਡਾ ਆਪਸ ਰੂਮ ਸੀਗਾ। ਪਾਕਿਸਤਾਨ ਨੇ ਸਾਨੂੰ ਵੈਲਕਮ ਕੀਤਾ ਆਰਟਿਲਰੀ ਫਾਇਰਿੰਗ ਦੇ ਨਾਲ। ਸਵੇਰ ਤੋਂ ਲੈ ਕੇ ਸ਼ਾਮ ਦੇ ਕਰੀਬ 5 ਵਜੇ ਤੱਕ ਫਾਇਰਿੰਗ ਕਰਦੇ ਸਾਡਾ ਸਾਰਾ ਟੈਕਟੀਕਲ ਹੈੱਡਕੁਆਟਰ ਕੇਵ-ਇਨ ਹੋ ਗਿਆ। ਨਜ਼ਦੀਕ ਵਾਲੀ ਬੈਰਕ ਵਿੱਚ ਅੱਗ ਲੱਗ ਗਈ। ਅਸੀਂ ਰਾਤ ਹੋਣ ਦਾ ਵੇਟ ਕਰਦੇ ਰਹੇ। ਰਾਤ ਹੋਣ ਦੇ ਬਾਅਦ ਅਸੀਂ ਉਹ ਸਾਰਾ ਏਰੀਆ ਖਾਲੀ ਕਰਕੇ ਕਰੀਬ 1.5 ਕਿਲੋਮੀਟਰ ਪਿੱਛੇ ਪਹਾੜੀ ਦੇ ਪਿੱਛੇ ਆ ਕੇ ਟੈਂਟੇਜ ਲਗਾ ਕੇ ਉੱਥੇ ਰਹੇ। ਜ਼ਿਆਦਾਤਰ ਡਿਊਰੇਸ਼ਨ ਸਾਡੀ ਟੈਂਟੇਜ ਵਿੱਚ ਹੀ ਗੁਜ਼ਰੀ। ਆਖਰੀ ਦਿਨਾਂ ਵਿੱਚ ਜਾ ਕੇ ਸਾਡੇ ਕੋਲ ਜਦੋਂ ਬੰਕਰਸ ਬਣਾਉਣ ਦਾ ਸਮਾਨ ਆਇਆ, ਅਸੀਂ ਬੰਕਰਸ ਬਣਾ ਕੇ ਫਿਰ ਉਹਦੇ ਵਿੱਚ ਸ਼ਿਫਟ ਹੋ ਗਏ। ਇਸ ਦੌਰਾਨ ਜੋ ਮੇਰੀਆਂ ਗਨਸ ਸੀਗੀਆਂ, ਇੰਡਸ ਰਿਵਰ ਦੇ ਨਾਲ ਇੱਕ ਪਹਾੜੀ ਕੱਟ ਕੇ ਜੋ ਡਿਪਲੋਏ ਕੀਤੀਆਂ ਗਈਆਂ ਸੀਗੀਆਂ, ਉਹਨਾਂ ਨੇ ਲਗਭਗ 25,000 ਰਾਊਂਡ ਫਾਇਰ ਕੀਤੇ ਤੇ ਇਸ ਦੌਰਾਨ 3 ਗਨਸ ਦੀ ਬੈਰਲ ਉੱਥੇ ਹੀ ਆ ਕੇ ਚੇਂਜ ਕੀਤੀ ਗਈ। ਬੇਸਿਕ ਲੜਾਈ ਉੱਥੇ ਸਾਡੇ ਜੋ ਐਕਸਿਸ ਥੀ, ਬਟਾਲਿਕ ਐਕਸਿਸ ਸੇ ਹੋਈ ਸੀ ਜੋਬਾਰ ਹਾਈਟ ਦੀ। 3 ਅਟੈਕ ਕੀਤੇ ਗਏ। ਪਹਿਲਾ ਅਟੈਕ ਅਸੀਂ ਡੇ ਲਾਈਟ ਹੋ ਗਏ, ਅਨਸਕਸੈਸਫੁਲ ਹੋ ਗਿਆ। ਦੂਜਾ ਅਟੈਕ ਵੀ ਅਸੀਂ ਸਕਸੀਡ ਨਹੀਂ ਹੋ ਪਾਏ। ਤੀਜੇ ਅਟੈਕ ਵਿੱਚ ਜਦੋਂ ਸਾਡੇ ਕੋਲ ਪੂਰੀ ਆਰਟਿਲਰੀ ਬਿਲਡਅਪ ਹੋ ਗਈ, ਅਸੀਂ ਕਹਿੰਦੇ ਆ ਕਿ 100 ਗਨ ਕਨਸੈਪਟ, 100 ਗਨਾਂ ਦੀ ਕਨਸੈਪਟ ਦੇ ਨਾਲ ਅਸੀਂ ਉਸ 'ਤੇ ਫਾਇਰ ਕੀਤਾ। ਉਸ ਆਰਟਿਲਰੀ ਫਾਇਰਿੰਗ ਦੇ ਕਾਰਨ ਉੱਥੇ ਜੋ ਬੰਕਰਸ ਬਣਾਏ ਸੀਗੇ ਪਾਕਿਸਤਾਨੀ ਨੇ, ਉਹਨਾਂ ਦੇ ਇੱਕ ਪਾਰਟਿਕੂਲਰ ਬੰਕਰ ਜਿਹਦੇ ਵਿੱਚ ਅਮਨੀਸ਼ਨ ਪਿਆ ਸੀਗਾ, ਉਹਨੂੰ ਅੱਗ ਲੱਗ ਗਈ। ਉਹ ਅੱਗ ਲੱਗਣ ਦੇ ਬਾਅਦ ਉਹ ਪਾਕਿਸਤਾਨੀ ਸਾਰੇ ਵਿਡਰੋ ਕਰਨਾ ਸ਼ੁਰੂ ਕੀਤਾ ਤੇ ਫਿਰ ਸਾਡੀ ਜੋ ਇਨਫੈਂਟਰੀ ਸੀਗੀ ਉਹਨਾਂ ਨੇ ਉੱਥੇ ਅਟੈਕ ਕੀਤਾ, ਧਾਵਾ ਕੀਤਾ ਤੇ ਜੋਬਾਰ ਹਾਈਟ ਨੂੰ ਕਬਜ਼ਾ ਕੀਤਾ। ਇਹਦੇ ਵਿੱਚ ਆਪਣੇ ਕਿੰਨੇ ਕੁ ਜਵਾਨ ਸ਼ਹੀਦ ਹੋ ਗਏ ਸੀ ਤੇ ਉਹਨਾਂ ਦੇ ਪਾਕਿਸਤਾਨ ਦੇ ਕਿੰਨੇ ਕੁ ਢਹਿ ਕਰਤੇ ਸੀਗੇ? मैं ये बहुत ही दुख नाल कहना चाहना कि जीत तो हमें मिली, लेकिन वो जीत आसान नहीं थी, क्योंकि हमने भी अपने शहीदों की अर्थियां उठाई हैं। हमारे लगभग 550 ऑफिसर्स एंड जवान इस लड़ाई में शहीद हुए, जबकि इन्हीं ऑफिसर्स और JCO जवानों ने शहीद होने से पहले पाकिस्तान के जो ऑफिशियल फिगर है 400 और 450 के बीच में उनको हलाक किया। उनको याद करते हुए मैं फ़ख्र के साथ कहना चाहता हूँ कि इनकी शहादत के कारण ही हमने ये विजय प्राप्त की है और हम उनके हमेशा आभारी रहेंगे। ਜਦੋਂ ਪਾਕਿਸਤਾਨ ਨੇ ਆਪਣੇ ਕਬਜ਼ਾ ਕਰ ਰਿਹਾ ਜਾਂ ਅਟੈਕ ਕੀਤਾ ਜੀ, ਤੁਹਾਨੂੰ ਆਰਡਰ ਕਿਸ ਤਰ੍ਹਾਂ ਮਿਲਿਆ ਤੇ ਕਿਸ ਤਰ੍ਹਾਂ ਤੁਸੀਂ ਕਮਾਂਡ ਕੀਤੀ ਹੋਈ? जिस तरह मैं तुहानू दस्सिया हैगा कि अचानक ही
2-3 ਮਈ ਦੀ ਰਾਤ ਨੂੰ ਆਰਡਰ ਆਏ ਸੀਗੇ ਗਨਸ ਡਿਪਲੋਏ ਕਰਨ ਦੇ। ਸ਼ੁਰੂਆਤ ਵਿੱਚ ਸਾਨੂੰ ਦੱਸਿਆ ਗਿਆ ਕਿ ਜੁਬਾਰ ਹਾਈਟ ਤੇ ਨਾ ਕੁਝ ਉਗਰਵਾਦੀ ਮਿਲੀਟੈਂਟਸ ਬੈਠੇ ਨੇ, ਉਹਨਾਂ ਨੂੰ ਜਾ ਕੇ ਐਵਿਕਟ ਕਰਨਾ ਹੈਗਾ। ਧੀਰੇ ਸਾਨੂੰ ਪਤਾ ਲੱਗਿਆ ਕਿ ਇਹ ਇੱਕੋ ਜੁਬਾਰ ਹਾਈਟ ਤੇ ਨਹੀਂ ਹੈਗੇ ਨੇ, ਇਹ ਜੁਬਾਰ ਹਾਈਟਸ, ਕਾਰਗਿਲ ਹਾਈਟਸ, ਚੋਰ ਬਾਟਲਾ ਹਾਈਟਸ, ਸਾਰੀ ਹਾਈਟਸ ਤੇ ਉਹਨਾਂ ਨੇ ਕਬਜ਼ਾ ਕੀਤਾ ਹੈਗਾ। ਤੇ ਇਹ ਪਾਕਿਸਤਾਨ ਦੇ ਟਰੂਪਸ ਹੈਗੇ ਨੇ ਜੋ ਕਿ ਉਗਰਵਾਦੀਆਂ ਦੀ ਡਰੈਸ ਵਿੱਚ ਬੈਠੇ ਨੇ ਉੱਥੇ ਪਾਕਿਸਤਾਨ ਦੀ ਮਦਦ ਨਾਲ। ਤੇ ਉਹਨਾਂ ਨੂੰ ਐਵਿਕਟ ਕਰਨ ਵਾਸਤੇ ਲਿਮਿਟਿਡ ਸਕੇਲ ਤੇ ਵਾਰ ਸ਼ੁਰੂ ਕੀਤਾ ਗਿਆ, ਜਿਹਦੇ ਵਿੱਚ 에ਅਰ ਫੋਰਸ ਵੀ ਲਾਗੂ ਕੀਤੀ ਗਈ। ਅਨਫੋਰਚੂਨੇਟਲੀ 에ਅਰ ਫੋਰਸ ਨੂੰ ਵੀ ਤੇ ਇਨਫੈਂਟਰੀ ਨੂੰ ਵੀ, ਸਾਨੂੰ ਵੀ ਉੱਪਰੋਂ ਹੁਕਮ ਇਹ ਆਏ ਸੀਗੇ ਕਿ ਅਸੀਂ ਕਿਸੇ ਵੀ ਕਾਰਨ ਲਾਈਨ ਆਫ ਕੰਟਰੋਲ ਕ੍ਰਾਸ ਨਹੀਂ ਕਰਨੀ ਹੈਗੀ। ਉਹ ਲਾਈਨ ਆਫ ਕੰਟਰੋਲ ਕ੍ਰਾਸ ਨਾ ਕਰਨ ਦੇ ਹੁਕਮ ਦੇ ਕਾਰਨ ਅਸੀਂ ਸਾਡੇ ਜੋ ਹੋਰ ਟਾਰਗੇਟ ਸੀਗੇ, ਅਸੀਂ ਜੋ ਹੋਰ ਹਾਈਟਸ ਸੀਗੀਆਂ ਜੋ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਿੱਚ ਪਾਕਿਸਤਾਨ ਦੇ ਕਬਜ਼ੇ ਵਿੱਚ ਸੀਗੀਆਂ, ਉਹਨਾਂ ਨੂੰ ਅਸੀਂ ਰਿਕਵਰ ਕਰਨਾ ਚਾਹੁੰਦੇ ਸੀ, ਉਹ ਅਸੀਂ ਨਹੀਂ ਕਰ ਪਾਏ। ਤੇ ਸਾਡੇ ਆਪਣੇ 에ਅਰ ਫੋਰਸ ਦੇ 2 ਜਾਂਬਾਜ਼ ਪਾਇਲਟਸ ਉੱਥੇ ਕ੍ਰੈਸ਼ ਕਰ ਗਏ ਸੰਗਰੂਟੀ ਹਾਈਟਸ ਦੇ ਅੱਗੇ। ਆਪਣਾ ਜੁਬਾਰ ਹਾਈਟ ਤੋਂ ਅੱਗੇ ਇੱਕ ਹਾਈਟ ਹੈਗੀ ਸੰਗਰੂਟੀ ਹਾਈਟ, ਉਸ ਤੇ ਅੱਗੇ ਮੇਰੇ ਆਬਜ਼ਰਵੇਸ਼ਨ ਪੋਸਟ ਅਫਸਰ ਨੇ ਖੁਦ ਦੇਖਿਆ ਕਿ ਕ੍ਰੈਸ਼ ਕਰ ਗਏ। ਕ੍ਰੈਸ਼ ਕਰਦੇ ਹੀ ਅਨਫੋਰਚੂਨੇਟਲੀ स्क्वाड्रन लीडर आहूजा ही डाइड ऑन द स्पॉट, वेयर एज उस वक्त जो फ्लाइट लेफ्टिनेंट निचिकेता थे उनको वो पकड़ के ले गए थे और जिनको करीब विद इन ए वीक इंडियन गवर्नमेंट ने वापस पाकिस्तान से ले लिया था। ਤੁਸੀਂ ਉੱਥੇ ਆਪਣੇ ਬੋਫਰਜ ਤੋਪਾਂ ਵੀ ਵਰਤੀਆਂ ਹੋਣਗੀਆਂ ਜੀ, ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਹਾ ਜੀ? ਮੈਂ ਇਹ ਜ਼ਰੂਰ ਹਾਈਲਾਈਟ ਕਰਨਾ ਚਾਹਾਂਗਾ, ਜਦੋਂ ਅਸੀਂ ਆਰਟਲਰੀ ਦੀ ਗੱਲ ਕਰਨੇ ਹਾਂ, ਜਦੋਂ ਅਸੀਂ ਕਾਰਗਿਲ ਵਾਰ ਦੀ ਗੱਲ ਕਰਨੇ ਹਾਂ, ਮੇਰੀ ਆਪਣੀਆਂ ਗਨਾਂ 105 ਮਿਲੀਮੀਟਰ ਇੰਡੀਅਨ ਫੀਲਡ ਗਨਸ ਜਾਂ ਲਾਈਟ ਫੀਲਡ ਗਨਸ, ਉਸ ਤੋਂ ਇਲਾਵਾ ਰਸ਼ੀਅਨ ਗਨਸ 130 ਮਿਲੀਮੀਟਰ ਫੀਲਡ ਗਨਸ, ਉਸ ਤੋਂ ਇਲਾਵਾ ਪਿਨਾਕਾ, ਉਸ ਤੋਂ ਇਲਾਵਾ ਸਾਰਿਆਂ ਤੋਂ ਜ਼ਿਆਦਾ ਜੋ ਡੈਮੇਜ ਕੀਤਾ ਹੈ ਬੋਫਰਸ ਗਨਸ ਨੇ। 155 ਮਿਲੀਮੀਟਰ ਬੋਫਰਸ ਗਨਸ ਨੇ ਇੰਨਾ ਤਹਿਲਕਾ ਮਚਾਇਆ ਕਿਉਂਕਿ ਇਹਨਾਂ ਦੀ ਹਾਈ ਐਂਗਲ ਫਾਇਰਿੰਗ ਤੇ ਡਾਇਰੈਕਟ ਸ਼ੂਟਿੰਗ ਇੰਨੀ ਐਕਿਊਰੇਟ ਹੈਗੀ ਕਿ ਥੱਲਿਓਂ ਲੈ ਕੇ ਮਤਲਬ ਹੈ ਕਿ ਟਾਰਗੇਟ ਤੇ ਸਿੱਧਾ ਡਾਊਨ ਜਾਂਦਾ ਸੀ ਤੇ ਬੰਕਰ ਉੱਡ ਜਾਂਦੇ ਸੀਗੇ। ਤੇ ਪਾਕਿਸਤਾਨ ਦੇ ਜੋ ਟਰੂਪ ਸੀਗੇ ਉਹਨਾਂ ਵਿੱਚ ਹਾਹਾਕਾਰ ਮਚਾਤਾ ਸੀ ਬੋਫਰਸ ਗਨ ਨੇ। ਹੁਣ ਵੀ ਜਿਵੇਂ ਆਪਣਾ ਚਾਈਨਾ ਨਾਲ ਵੀ ਡਿਸਪਿਊਟ ਚੱਲ ਰਿਹਾ ਹੈਗਾ ਜੀ, ਤੇ ਕਾਰਗਿਲ ਨੂੰ ਤੇ ਚਾਈਨਾ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋਗੇ? ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਤੁਸੀਂ ਹਾਈਲਾਈਟ ਕੀਤਾ ਹੈਗਾ। ਸਾਡੇ ਇੱਕ ਜੋ ਜਾਂਬਾਜ਼ ਜੋ ਵੀਰ ਗਤੀ ਨੂੰ ਪ੍ਰਾਪਤ ਹੋਏ ਹੈ, ਉਹਨਾਂ ਨੇ ਇੱਕ ਸਟੇਟਮੈਂਟ ਬਣਾਈ ਸੀ ਕਿ ਇਹ ਦਿਲ ਮੰਗੇ ਮੋਰ। 1999 ਕਾਰਗਿਲ ਵਾਰ ਵਿੱਚ ਜੋ ਸ਼ਹੀਦ ਹੋਏ ਨੇ, ਸਾਨੂੰ ਇਹ ਨਹੀਂ ਪਤਾ ਸੀਗਾ ਕਿ 1999 ਜਦੋਂ ਆਪਾਂ ਪਾਕਿਸਤਾਨ ਦੇ ਅਗੇਂਸਟ ਕਹਿ ਰਹੇ ਹਾਂ ਦਿਲ ਮੰਗੇ ਮੋਰ, ਉਹ ਸਾਨੂੰ ਚਾਈਨਾ ਓਬਲਾਈਜ਼ ਕਰੇਗਾ 2020 ਵਿੱਚ। ਜੋ ਕਾਰਗਿਲ ਵਿੱਚ ਹਾਲਾਤ ਪੈਦਾ ਹੋਏ ਸੀਗੇ ਉਹੀ ਹਾਲਾਤ ਚਾਈਨਾ ਨੇ ਸਾਨੂੰ 2020 ਵਿੱਚ ਪੈਂਗਾਂਗਸੋ ਲੇਕ, ਫਿੰਗਰ 4, ਫਿੰਗਰ 5, PP-14 ਕਈ ਜਗ੍ਹਾ ਸਾਨੂੰ ਉਹੀ ਸੇਮ ਸਿਚੁਏਸ਼ਨ ਪੇਂਟ ਕਰਕੇ ਦੇ ਦਿੱਤੀ। ਵੈਰੀ ਅਨਫੋਰਚੂਨੇਟ। ਕਾਰਨ ਉਹੀ ਰਿਹਾ ਕਿ ਅਸੀਂ ਸਰਦੀਆਂ ਵਿੱਚ ਪੈਟਰੋਲਿੰਗ ਨਹੀਂ ਕਰ ਪਾਏ। ਕਈ ਕਾਰਨ ਹੋ ਗਏ, ਕਰੋਨਾ ਵੀ ਆ ਗਿਆ ਵਿੱਚ, ਵਿੰਟਰਸ ਆ ਗਈ ਅਤੇ ਚਾਈਨਾ ਨੇ ਉਹਦਾ ਫਾਇਦਾ ਹੋ ਚੁੱਕਿਆ। ਲੱਕੀਲੀ ਫॉर ਅਸ ਚਾਈਨਾ ਤੇ ਇੰਡੀਆ ਦੇ ਬੋਥ ਹੈਵ ਐਗਰੀਡ ਓਵਰ ਨੰਬਰ ਆਫ ਟਾਕਸ ਕਿ ਆਪਣੇ ਏਰੀਏ ਵਿੱਚ ਵਾਪਸ ਜਾਣ, ਤੇ ਸਾਨੂੰ ਉਮੀਦ ਹੈ ਚਾਈਨਾ ਆਪਣੇ ਏਰੀਏ ਵਿੱਚ ਵਾਪਸ ਚਲਾ ਜਾਏਗਾ ਤੇ ਅਸੀਂ ਵੀ ਆਪਣੇ ਏਰੀਏ 'ਚ ਕੁਝ ਸਮੇਂ ਬਾਅਦ ਵਾਪਸ ਆ ਜਾਵਾਂਗੇ। ਜਿਸ ਤਰ੍ਹਾਂ ਤੁਸੀਂ ਵੀ ਜੰਗ ਲੜੀ, ਹੋਰ ਵੀ ਬਹੁਤ ਆਪਣੇ ਫੌਜੀ ਜੰਗ ਲੜ ਰਹੇ ਹੈ ਜੀ, ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਵੀ ਜੰਗ ਲੜੀ ਤੁਸੀਂ, ਵੀ ਹਰੇਕ ਨੂੰ ਇੱਕ ਵਾਰੀ ਲੜਨੀ ਚਾਹੀਦੀ ਹੈ? ਸਾਡਾ ਜਦੋਂ ਅਸੀਂ ਆर्मी ज्वाइन करने जो भावना होती है देशभक्ति की भावना, हम नहीं चाहते कि हम कमीशन हो गए, ऑफिसर्स बन गए, उसके बाद सारी उम्र अपना सर्विस की और बिना किसी ऑपरेशन के, बिना किसी लड़ाई के, बिना किसी जंग देखे हुए हम रिटायर हो जाएं। ये मेरी दिली ख्वाहिश थी कि कोई, हालांकि ये अनफॉर्चुनेट है, जंग होनी नहीं चाहिए, लेकिन हम फौजियों की ख्वाहिश होती है कि जंग देखने के बाद ही रिटायर हो बंदा। ये ख्वाहिश हमारी पूरी हुई कारगिल में और मुझे फ़ख्र है, आज भी मुझे फ़ख्र है, रोंगटे खड़े हो जाते हैं जब मैं वो दिन याद करता हूँ कि किस प्रकार से वो लगभग 3 महीने हमने वहाँ बैठ के लड़ाई को
अपना डायरेक्ट किया, आर्टिलरी फायरिंग प्रोवाइड की हमारे इन्फेंट्री सोल्जर्स को और हम उसमें सक्सेसफुल हुए। ਹੁਣ ਆਪਣੇ ਕੋਈ ਪਰਿਵਾਰ ਚੋਂ ਬੇਟਾ ਜਾਂ ਬੇਟੀ ਕੋਈ ਹੋਰ ਵੀ ਆਪਣੇ ਤੁਸੀਂ ਆਰਮੀ 'ਚ ਭੇਜਿਆ ਗਿਆ? हाँ, मेरा बेटा है मेजर वरुण ढींगरा। ਅੱਜ ਦੇ ਦਿਨ ਉਹਦੀ ਲਗਭਗ 6 ਸਾਲ ਤੋਂ ਜ਼ਿਆਦਾ ਸਰਵਿਸ ਹੋ ਗਈ ਹੈ ਤੇ ਉਹਨੇ ਆਰਮੀ ਜੁਆਇਨ ਕੀਤੀ ਹੈ। ਲੱਕੀਲੀ ਫॉर ਹਿਮ ਹੀ ਇਜ਼ ਵੈਰੀ ਪ੍ਰਾਊਡ ਕਿ ਉਹਨੂੰ ਇਨਫੈਂਟਰੀ ਮਿਲੀ ਹੈ ਤੇ ਇਨਫੈਂਟਰੀ ਵਿੱਚ ਉਹ ਸਰਵਿਸ ਕਰ ਰਿਹਾ ਹੈ। ਜਿਵੇਂ ਆਪਣੇ ਮੰਨਿਆ ਜਾਂਦਾ ਸੀਗਾ ਕਿ ਪੰਜਾਬ ਦੇ ਫੌਜ 'ਚ ਬਹੁਤ ਜ਼ਿਆਦਾ ਨੌਜਵਾਨ ਜਾਂਦੇ ਸੀਗੇ ਜੀ, ਪਰ ਹੁਣ ਉਹਨਾਂ ਦਾ ਰੁਝਾਨ ਬਹੁਤ ਘਟਦਾ ਜਾਂਦਾ ਹੈ। ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਕਾਰਨ ਐਕਚੁਅਲੀ ਇਹ ਨਹੀਂ ਹੈਗਾ ਕਿ ਪੰਜਾਬ ਦੇ ਜਵਾਨ ਘੱਟ ਆ ਰਹੇ ਨੇ ਅੱਜ। ਕਾਰਨ ਹੈਗਾ ਕਿ ਸੈਂਟਰਲ ਗਵਰਨਮੈਂਟ ਨੇ ਇੱਕ ਰੂਲ ਪੋਜੀਸ਼ਨ ਬਣਾ ਦਿੱਤੀ ਹੈਗੀ ਕਿ ਸਟੇਟਸ ਦਾ ਕੋਟਾ ਫਿਕਸ ਹੋ ਗਿਆ ਹੈਗਾ ਕਿ ਹਰੇਕ ਸਟੇਟਸ ਦੀ ਪਾਪੂਲੇਸ਼ਨ ਦੇ ਮੁਤਾਬਿਕ ਹੀ ਜਵਾਨ ਭਰਤੀ ਕੀਤੇ ਜਾਣਗੇ, ਜੋ ਕਿ ਇਹ ਰੈਸਟ੍ਰਿਕਸ਼ਨ ਪਹਿਲੇ ਨਹੀਂ ਸੀਗੀ। ਪਹਿਲੇ ਕਿਉਂਕਿ ਰੈਸਟ੍ਰਿਕਸ਼ਨ ਨਹੀਂ ਸੀਗੀ ਐਂਡ ਸਾਡੇ ਜਵਾਨ ਜ਼ਿਆਦਾ ਫਿਟ ਹੁੰਦੇ ਸੀਗੇ, ਤੰਦਰੁਸਤ ਹੁੰਦੇ ਸੀਗੇ ਤੇ ਆਪਣਾ ਫੌਜ ਜੁਆਇਨ ਵੀ ਕਰਨਾ ਚਾਹੁੰਦੇ ਸੀਗੇ ਬਲਕ ਵਿੱਚ, ਤੇ ਉਹਨਾਂ ਦੀ ਭਰਤੀ ਜ਼ਿਆਦਾ ਹੁੰਦੀ ਸੀਗੀ। ਹੁਣ ਲਿਮਿਟਿਡ ਵੈਕੈਂਸੀਜ਼ ਹੋ ਗਈਆਂ ਨੇ ਪੰਜਾਬ ਦੀਆਂ ਨਹੀਂ ਹਰੇਕ ਸਟੇਟ ਦੀਆਂ, ਤੇ ਇਸ ਕਾਰਨ ਦੇ ਜਿੰਨੀ ਵੈਕੈਂਸੀ ਹੈ ਉਨੀ ਵੈਕੈਂਸੀ ਹੀ ਅਸੀਂ ਲੈ ਸਕਦੇ ਹਾਂ ਫੌਜ ਵਿੱਚ। ਮੈਂ ਗੱਲ ਕਰ ਰਿਹਾ ਜਵਾਨਾਂ ਦੀ, ਤੇ ਉਸ ਕਾਰਨ ਲਿਮਿਟਿਡ ਜਵਾਨ ਹੀ ਫੌਜ ਵਿੱਚ ਜਿੰਨੀ ਵੈਕੈਂਸੀ ਉਹਦੇ ਮੁਤਾਬਿਕ ਰਿਕਰੂਟ ਹੋ ਰਹੇ ਨੇ। ਤੁਸੀਂ ਜਾ ਕੇ ਦੇਖੋ ਜਿੰਨੀ ਵੀ ਰੈਲੀਜ਼ ਹੋ ਰਹੀਆਂ ਨੇ, ਰਿਕਰੂਟਮੈਂਟ ਰੈਲੀਜ਼ ਹੋ ਰਹੀਆਂ ਨੇ, ਉੱਥੇ ਤਾਂ ਕੋਈ ਕਮੀ ਨਹੀਂ ਹੈਗੀ ਜਵਾਨਾਂ ਦੀ। ਭਰਤੀ ਹੋਣਾ ਚਾਹੁੰਦੇ ਨੇ, ਬਾਵਜੂਦ ਇਹਦੇ ਕਿ ਲੋਕੀ ਬਾਹਰ ਜਾਣਾ ਚਾਹੁੰਦੇ ਨੇ, ਬਾਹਰੀ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ, ਉਹਦੇ ਬਾਵਜੂਦ ਵੀ ਜਦੋਂ ਰਿਕਰੂਟਮੈਂਟ ਰੈਲੀ ਹੁੰਦੀ ਹੈ ਉੱਥੇ ਲਾਈਨ ਲੱਗੀ ਹੁੰਦੀ ਹੈ। ਆਫਿਸਰਸ ਦੀ ਮੈਂ ਗੱਲ ਕਰਾਂਗਾ, ਆਫਿਸਰਸ ਦੀ ਜੋ ਕਮਿਸ਼ਨਿੰਗ ਹੈਗੀ ਉਹਦੇ ਤੇ ਕੋਈ ਵੀ ਰੈਸਟ੍ਰਿਕਸ਼ਨ ਨਹੀਂ ਹੈਗੀ ਪਰਸੈਂਟੇਜ ਦੀ ਪਾਪੂਲੇਸ਼ਨ ਦੀ। ਉਸ ਕਾਰਨ ਪੰਜਾਬ ਗਵਰਨਮੈਂਟ ਨੇ ਇੱਥੇ ਪ੍ਰੈਪਰੇਟਰੀ ਇੰਸਟੀਟਿਊਸ਼ਨਸ ਸ਼ੁਰੂ ਕੀਤੇ ਨੇ, ਲੜਕੀਆਂ ਵਾਸਤੇ ਵੀ ਲੜਕਿਆਂ ਵਾਸਤੇ ਵੀ। ਉਹਨਾਂ ਦੇ ਥਰੂ ਤਿਆਰੀ ਕੀਤੀ ਜਾਂਦੀ ਹੈ, ਬੱਚਿਆਂ ਦੀ ਗ੍ਰੈਜੂਏਸ਼ਨ ਕਰਾਈ ਜਾਂਦੀ ਹੈ, +2 ਕਰਾਇਆ ਜਾਂਦਾ ਹੈ, ਤੇ NDA ਦੇ ਐਗਜ਼ਾਮ ਦਿਲਾਏ ਜਾਂਦੇ ਨੇ, CDS ਦੇ ਐਗਜ਼ਾਮ ਦਿਲਾਏ ਜਾਂਦੇ ਨੇ। ਤੇ ਪਿਛਲੇ ਕਰੀਬ 4-5 ਸਾਲਾਂ ਤੋਂ ਸਾਡੀ ਪਰਸੈਂਟੇਜ ਜੋ ਆਫਿਸਰਸ ਦੀ ਹੈਗੀ ਪੰਜਾਬ ਤੋਂ ਉਹ ਇਨਕਰੀਜ਼ ਹੋ ਰਹੀ ਹੈਗੀ ਧੀਰੇ ਧੀਰੇ। ਕਾਰਨ ਇਹੀ ਹੈਗਾ ਕਿਉਂਕਿ ਰੈਸਟ੍ਰਿਕਸ਼ਨ ਕੋਈ ਨਹੀਂ ਹੈ ਸੈਂਟਰਲ ਗਵਰਨਮੈਂਟ ਦੀ ਵੈਕੈਂਸੀਜ਼ ਤੇ। ਇਹ ਸਨ ਕਰਨਲ ਬਰਿੰਦਰ ਰਿਟਾਇਰਡ, ਜਿਨ੍ਹਾਂ ਨੂੰ ਫਖਰ ਮਹਿਸੂਸ ਹੈ ਕਿ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਸੀ। ਇਸ ਨੂੰ 21 ਸਾਲ ਹੋ ਗਏ ਇਹ ਕਾਰਗਿਲ ਦੀ ਯੁੱਧ ਜਿੱਤੀ ਨੂੰ, ਅਤੇ ਹੁਣ ਵੀ ਇਹ ਫਖਰ ਮਹਿਸੂਸ ਕਰ ਰਹੇ ਹਨ। ਨਾਇਬ ਸਿੰਘ ਸਿੱਧੂ, ਅਜੀਤ TV, ਬਠਿੰਡਾ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।